ਨਰਿੰਦਰ ਸਿੰਘ ਕਪੂਰ ਦੀ ਲਿਖੀ ਕਿਤਾਬ ਵਿਆਖਿਆ ਵਿਸ਼ਲੇਸ਼ਣ 'ਚੋਂ ਲਈ ਇੱਕ ਰਚਨਾ ਚਿਹਰੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜਦੋਂ ਤੁਸੀਂ ਕੋਈ ਗਰੁੱਪ ਫੋਟੋ ਵੇਖਦੇ ਹੋ ਤਾਂ ਸਭ ਤੋਂ ਪਹਿਲਾਂ ਕਿਹੜਾ ਚਿਹਰਾ ਵੇਖਣਾ ਪਸੰਦ ਕਰਦੇ ਹੋ? ਸੁਭਾਵਿਕ ਹੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਚਿਹਰਾ ਲੱਭੋਗੇ। ਯਾਦ ਕਰਕੇ ਵੇਖੋ ਤੁਹਾਨੂੰ ਕਿੰਨੇ ਕੁ ਚਿਹਰੇ ਯਾਦ ਨੇ। ਸੁਭਾਵਿਕ ਹੀ ਤੁਸੀਂ ਆਪਣੇ ਘਰ ਤੋਂ ਸ਼ੁਰੂ ਕਰੋਗੇ। ਸਾਨੂੰ ਸਾਰਿਆਂ ਨੂੰ ਭਰਮ ਹੈ ਕਿ ਸਾਨੂੰ ਹਜ਼ਾਰਾਂ ਹੀ ਚਿਹਰੇ ਯਾਦ ਨੇ। ਸੱਚ ਤਾਂ ਇਹ ਹੈ ਕਿ ਸਾਨੂੰ ਬੜੇ ਥੋੜ੍ਹੇ ਚਿਹਰੇ ਯਾਦ ਹੁੰਦੇ ਨੇ, ਪਰ ਇੰਨਾ ਕੁਝ ਚਿਹਰਿਆਂ ਦੇ ਆਧਾਰ 'ਤੇ ਅਸੀਂ ਅਣਗਿਣਤ ਚਿਹਰੇ ਯਾਦ ਰੱਖਦੇ ਹਾਂ ਜਾਂ ਯਾਦ ਕਰ ਸਕਦੇ ਹਾਂ। ਹਰ ਚਿਹਰੇ ਨਾਲ ਅਸੀਂ ਕੁਝ ਜੋੜ ਲੈਂਦੇ ਹਾਂ ਅਤੇ ਉਹਨਾਂ ਗੱਲਾਂ ਦੇ ਸੰਦਰਭ ਵਿੱਚ ਉਹ ਚਿਹਰਾ ਯਾਦ ਰੱਖ ਸਕਦੇ ਹਾਂ। ਉਦਾਹਰਨ ਵਜੋਂ ਕਿਸੇ ਦੀ ਟੇਢੀ ਮੇਢੀ ਪੱਗ, ਸਿਰ ਦਾ ਗੰਜ, ਕੱਟੀ ਹੋਈ ਬਾਂਹ, ਮੋਟਾ ਸਰੀਰ, ਸੋਹਣੇ ਦੰਦ, ਮੋਟੀਆਂ ਅੱਖਾਂ, ਕਾਲਾ ਰੰਗ, ਮਿੱਠੀ ਆਵਾਜ਼, ਲੰਮਾ ਕੱਦ ਆਦਿ ਵੱਖ-ਵੱਖ ਵਿਅਕਤੀਆਂ ਦੀ ਪਛਾਣ ਦੇ ਵੱਖ-ਵੱਖ ਢੰਗ ਨੇ। ਕਿਸੇ ਲੰਗੜੇ ਵਿਅਕਤੀ ਦੇ ਚਿਹਰੇ ਨੂੰ ਅਸੀਂ ਉਸਦੇ ਲੰਗੜੇਪਣ ਰਾਹੀਂ ਯਾਦ ਕਰਦੇ ਹਾਂ। ਕਿਸੇ ਮਕੈਨਿਕ ਦੇ ਚਿਹਰੇ ਨੂੰ ਅਸੀਂ ਆਪਣੇ ਮੋਟਰਸਾਈਕਲ ਜਾਂ ਸਕੂਟਰ ਜਾਂ ਕਾਰ ਨਾਲ ਜੋੜ ਕੇ ਯਾਦ ਰੱਖਦੇ ਹਾਂ। ਔਰਤਾਂ ਦੇ ਚਿਹਰੇ ਯਾਦ ਰੱਖਣ ਵੇਲੇ ਅਸੀਂ ਆਪਣੀ ਮਾਂ ਦੇ ਚਿਹਰੇ ਨੂੰ ਇੱਕ ਮਾਡਲ ਮਿੱਥ ਕੇ ਚੱਲਦੇ ਹਾਂ। ਇਵੇਂ ਹੀ ਪੁਰਸ਼ਾਂ ਦੇ ਚਿਹਰੇ ਸਮੇਂ ਆਪਣੇ ਪਿਤਾ ਦਾ ਚਿਹਰਾ ਸਾਡਾ ਮਾਡਲ ਹੁੰਦਾ ਹੈ। ਹਮਉਮਰ ਪੁਰਸ਼ ਦਾ ਚਿਹਰਾ ਤਾਂ ਹੀ ਯਾਦ ਰਹੇਗਾ ਜਿਸ ਵਿੱਚ ਅਸੀਂ ਆਪਣਾ ਝਲਕਾਰਾ ਵੇਖੀਏ, ਜਾਂ ਜਿਹੜਾ ਸਾਡਾ ਦੁਸ਼ਮਣ ਹੋਵੇ ਜਾਂ ਸਾਡਾ ਦੋਸਤ ਹੋਵੇ। ਜੇ ਕੋਈ ਵਿਅਕਤੀ ਸਾਡਾ ਕੁਝ ਨਹੀਂ ਲੱਗਦਾ ਤਾਂ ਉਸਨੂੰ ਯਾਦ ਰੱਖਣ ਦੀ ਸੰਭਾਵਨਾ ਵੀ ਬਹੁਤੀ ਨਹੀਂ ਹੁੰਦੀ। ਤੁਹਾਨੂੰ ਬਹੁਤ ਸਾਰੀਆਂ ਇਕੱਠੀਆਂ ਜਾ ਰਹੀਆਂ ਮੱਝਾਂ ਜਾਂ ਗਊਆਂ ਇੱਕੋ ਜਿਹੀਆਂ ਪ੍ਰਤੀਤ ਹੋਣਗੀਆਂ, ਪਰ ਮੱਝਾਂ ਜਾਂ ਗਊਆਂ ਚਾਰਨ ਵਾਲੇ ਉਹਨਾਂ ਦੇ ਵਖਰੇਵੇਂ ਨੂੰ ਜਾਣਦੇ ਹੁੰਦੇ ਨੇ। ਇਵੇਂ ਹੀ ਆਪਣੇ ਬੱਚਿਆਂ ਤੋਂ ਇਲਾਵਾ ਸਾਰੇ ਬੱਚੇ ਸਮੋਸਿਆਂ ਵਾਂਗ ਇੱਕੋ ਜਿਹੇ ਪ੍ਰਤੀਤ ਹੋਣਗੇ, ਪਰ ਉਹਨਾਂ ਦੇ ਮਾਪੇ ਅਤੇ ਅਧਿਆਪਕ ਉਹਨਾਂ ਵਿਚਲੇ ਵਖਰੇਵੇਂ ਨੂੰ ਭਲੀ ਭਾਂਤ ਜਾਣਦੇ ਨੇ। ਆਪਣੇ ਹੀ ਨਾਂ ਵਾਲੇ ਕਿਸੇ ਹੋਰ ਵਿਅਕਤੀ ਨੂੰ ਯਾਦ ਰੱਖਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਇਹ ਹੋ ਹੀ ਨਹੀਂ ਸਕਦਾ ਕਿ ਤੁਹਾਡੇ ਹੀ ਨਾਂ ਵਾਲਾ ਵਿਅਕਤੀ ਤੁਹਾਡਾ ਧਿਆਨ ਨਾ ਖਿੱਚੇ। ਜੇ ਕਿਸੇ ਨੇ ਪਿਆਰ ਕੀਤਾ ਹੈ ਤਾਂ ਉਸਨੂੰ ਕੋਈ ਹੋਰ ਲੜਕੀ ਚੰਗੀ ਹੀ ਤਾਂ ਲੱਗੇਗੀ, ਅਰਥਾਤ ਉਹ ਉਸ ਚਿਹਰੇ ਨੂੰ ਤਾਂ ਹੀ ਧਿਆਨ ਨਾਲ ਵੇਖੇਗਾ ਜੇ ਉਸ ਵਿੱਚ ਉਸਦੀ ਮਹਿਬੂਬਾ ਵਾਲੀ ਕੋਈ ਖੂਬੀ ਹੋਵੇ। ਪ੍ਰੇਮਿਕਾ ਦੇ ਆਧਾਰ 'ਤੇ ਪੁਰਸ਼ 3 ਪ੍ਰਕਾਰ ਦੀਆਂ ਇਸਤਰੀਆਂ ਨੂੰ ਪਸੰਦ ਕਰਦਾ ਹੈ: ਪ੍ਰੇਮਿਕਾ ਨੂੰ, ਪ੍ਰੇਮਿਕਾ ਵਰਗੀ ਨੂੰ ਅਤੇ ਉਸਨੂੰ ਜਿਸ ਤੋਂ ਪ੍ਰੇਮਿਕਾ ਦਾ ਭੁਲੇਖਾ ਪਏ। ਜੇ ਮਹਿਬੂਬਾ ਦਾ ਚਿਹਰਾ ਗੋਲ ਹੈ ਤਾਂ ਸਾਰੇ ਗੋਲ ਚਿਹਰੇ ਸਾਡਾ ਵਧੇਰੇ ਧਿਆਨ ਖਿੱਚਣਗੇ। ਜਦੋਂ ਸਾਡੀ ਕਿਸੇ ਨਾਲ ਅਣਬਣ ਹੋ ਜਾਏ ਤਾਂ ਉਸ ਚਿਹਰੇ ਨੂੰ ਭੁੱਲਣ ਲਈ ਅਸੀਂ ਕਈ ਢੰਗ ਵਰਤਦੇ ਹਾਂ। ਉਸ ਚਿਹਰੇ ਦੇ ਉਹ ਗੁਣ ਸਾਹਮਣੇ ਰੱਖਦੇ ਹਾਂ, ਉਸ ਵੱਲੋਂ ਕੀਤੀਆਂ ਵਧੀਕੀਆਂ ਯਾਦ ਕਰਦੇ ਹਾਂ। ਜੇਕਰ ਕੋਈ ਐਲਬਮ ਵੇਖ ਰਹੇ ਹੋਈਏ ਤਾਂ ਉਸਦੀ ਫੋਟੋ ਨੂੰ ਪਰਾਇਆਂ ਵਾਂਗ ਵੇਖ ਕੇ ਅਗਲੀ ਫੋਟੋ ਵੱਲ ਧਿਆਨ ਦੇਵਾਂਗੇ, ਅਤੇ ਜੇ ਐਲਬਮ ਹੀ ਉਸ ਵਿਅਕਤੀ ਸੰਬੰਧੀ ਹੈ ਤਾਂ ਉਸਨੂੰ ਅਣਵੇਖਿਆ ਹੀ ਪਰਤਾ ਦੇਣ ਦੀ ਰੁਚੀ ਬਲਵਾਨ ਹੋਏਗੀ। ਜੇ ਤੁਸੀਂ ਸਕੂਟਰ ਵੇਚ ਕੇ ਕਾਰ ਲੈ ਲਈ ਹੈ ਤਾਂ ਸਕੂਟਰ ਦੇ ਮਕੈਨਿਕ ਨੂੰ ਭੁੱਲਣ ਦੀ ਕਿਰਿਆ ਸ਼ੁਰੂ ਹੋ ਜਾਏਗੀ ਅਤੇ ਕਾਰ ਦੇ ਮਕੈਨਿਕ ਦੇ ਚਿਹਰੇ ਨੂੰ ਯਾਦ ਰੱਖਿਆ ਜਾਵੇਗਾ। ਕਿਸੇ ਚਿਹਰੇ ਦੇ ਯਾਦ ਰਹਿਣ ਦੀ ਸੰਭਾਵਨਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਸ ਚਿਹਰੇ ਨਾਲ ਤੁਸੀਂ ਪਰਿਚਿਤ ਕਿਹੜੇ ਹਾਲਾਤ ਵਿੱਚ ਹੋਏ ਹੋ। ਜਿਸ ਡਾਕਟਰ ਨੇ ਤੁਹਾਡਾ ਆਪਰੇਸ਼ਨ ਕੀਤਾ, ਜਿਸ ਵਿਅਕਤੀ ਦੇ ਮੁੱਕੇ ਨਾਲ ਤੁਹਾਡਾ ਜਬੜਾ ਹਿੱਲ ਗਿਆ, ਜਿਸ ਵਿਅਕਤੀ ਨੇ ਸੰਕਟ ਵਿੱਚ ਤੁਹਾਡੀ ਮਦਦ ਕੀਤੀ, ਜਿਸ ਨਾਲ ਤੁਹਾਡੀ ਮੰਗਣੀ ਹੋਈ ਪਰ ਟੁੱਟ ਗਈ, ਜਾਂ ਜਿਸ ਨੇ ਤੁਹਾਡੇ ਨਾਲ ਦੁਰਵਿਵਹਾਰ ਕੀਤਾ, ਅਜਿਹੇ ਸਾਰੇ ਚਿਹਰੇ ਯਾਦ ਰਹਿਣਗੇ, ਪਰ ਸਿੱਧੇ ਤੌਰ 'ਤੇ ਨਹੀਂ, ਸਗੋਂ ਆਪਰੇਸ਼ਨ, ਜਬਾੜੇ, ਸੰਕਟ, ਮੰਗਣੀ ਅਤੇ ਦੁਰਵਿਵਹਾਰ ਦੇ ਸੰਦਰਭ 'ਚ। ਬਹੁਤ ਸੁੰਦਰ ਚਿਹਰੇ ਕਿਉਂਕਿ ਅਸੀਂ ਆਪ ਉਹ ਜਿਹੇ ਬਣਨਾ ਚਾਹੁੰਦੇ ਹਾਂ, ਅਤੇ ਬਹੁਤ ਬਦਸੂਰਤ ਚਿਹਰੇ ਕਿਉਂਕਿ ਅਸੀਂ ਉਹ ਜਿਹੇ ਬਣਨ ਤੋਂ ਬਚਣਾ ਚਾਹੁੰਦੇ ਹਾਂ, ਸਧਾਰਨ ਚਿਹਰਿਆਂ ਦੇ ਮੁਕਾਬਲੇ ਵਧੇਰੇ ਯਾਦ ਰਹਿੰਦੇ ਨੇ। ਕਿਸੇ ਆਗੂ, ਖਿਡਾਰੀ ਜਾਂ ਫਿਲਮ ਐਕਟਰ ਨੂੰ ਅਸੀਂ ਇਸ ਲਈ ਪਛਾਣ ਲੈਂਦੇ ਹਾਂ ਕਿਉਂਕਿ ਜਾਂ ਤਾਂ ਸਾਨੂੰ ਉਸ ਚਿਹਰੇ ਨਾਲ ਲਗਾਓ ਹੁੰਦਾ ਹੈ ਜਾਂ ਨਫ਼ਰਤ। ਜੇ ਕਿਸੇ ਨਾਲ ਬਹਿ ਕੇ ਤੁਸੀਂ ਖਾਣਾ ਖਾਓ ਤਾਂ ਇਹ ਨਹੀਂ ਹੋ ਸਕਦਾ ਕਿ ਉਹ ਵਿਅਕਤੀ ਜ਼ਿੰਦਗੀ ਵਿੱਚ ਤੁਹਾਨੂੰ ਮਿਲੇ ਅਤੇ ਤੁਸੀਂ ਉਸਨੂੰ ਪਛਾਣੋ ਨਾ। ਕੁਝ ਖਾਣ ਸਮੇਂ ਹਰ ਇੱਕ ਵਿਅਕਤੀ ਅਨੇਕਾਂ ਹੀ ਪੋਜ਼ ਬਣਾਉਂਦਾ ਹੈ ਅਤੇ ਪੋਜ਼ਾਂ ਦੀ ਇਹ ਅਨੇਕਤਾ ਹੀ ਸਾਨੂੰ ਯਾਦ ਰਹਿੰਦੀ ਹੈ। ਨਾਲ ਹੀ ਅਸੀਂ ਉਸ ਨਵੇਂ ਚਿਹਰੇ ਨੂੰ ਪਹਿਲੇ ਜਾਣੇ ਪਛਾਣੇ ਚਿਹਰਿਆਂ ਵਿੱਚ ਯੋਗ ਸਥਾਨ 'ਤੇ ਟਿਕਾ ਲੈਂਦੇ ਹਾਂ। ਹਰ ਚਿਹਰੇ ਦਾ ਆਪਣਾ ਇੱਕ ਅੰਦਾਜ਼ ਹੁੰਦਾ ਹੈ। ਅਸੀਂ ਉਸ ਚਿਹਰੇ ਨੂੰ ਯਾਦ ਕਰਨ ਲਈ ਉਸ ਅੰਦਾਜ਼ ਨੂੰ ਯਾਦ ਰੱਖਦੇ ਹਾਂ। ਜੇ ਤੁਸੀਂ ਵੱਖ-ਵੱਖ ਅੰਦਾਜ਼ ਸਮਝਣਾ ਚਾਹੁੰਦੇ ਹੋ
ਤਾਂ ਉਹਨਾਂ ਅਧਿਆਪਕਾਂ ਨੂੰ ਯਾਦ ਕਰੋ ਜਿਨ੍ਹਾਂ ਤੋਂ ਤੁਸੀਂ ਪੜ੍ਹੇ ਹੋ। ਹਰੇਕ ਅਧਿਆਪਕ ਦਾ ਅੰਦਾਜ਼ ਵੱਖਰਾ ਹੁੰਦਾ ਹੈ। ਹਰ ਵਿਅਕਤੀ ਦਾ ਇੱਕ ਵਿਸ਼ੇਸ਼ ਸੁਭਾਅ ਹੁੰਦਾ ਹੈ। ਉਸਦੇ ਸੁਭਾਅ ਰਾਹੀਂ ਅਸੀਂ ਉਸ ਨੂੰ ਪਛਾਣਦੇ ਹਾਂ। ਚਿਹਰੇ ਰਾਹੀਂ ਫੋਟੋ ਪਛਾਣੀ ਜਾ ਸਕਦੀ ਹੈ, ਪਰ ਫੋਟੋ ਰਾਹੀਂ ਚਿਹਰਾ ਨਹੀਂ, ਕਿਉਂਕਿ ਜਦੋਂ ਅਸੀਂ ਕੋਈ ਚਿਹਰਾ ਵੇਖਦੇ ਹਾਂ ਤਾਂ ਉਸਦੇ ਅਨੇਕਾਂ ਪੋਜ਼ ਕਿਆਸਦੇ ਹਾਂ। ਇਹ ਇਵੇਂ ਹੱਸਦਾ ਹੋਏਗਾ, ਇਵੇਂ ਰੋਂਦਾ ਹੋਏਗਾ ਆਦਿ। ਨਾਲੇ ਫੋਟੋ ਵਿੱਚ ਅਸੀਂ ਆਪਣੀ ਸੁਭਾਵਿਕਤਾ ਨਹੀਂ, ਵਿਸ਼ੇਸ਼ਤਾ ਦਾ ਅਤੇ ਉਚੇਚ ਦਾ ਪ੍ਰਦਰਸ਼ਨ ਕਰਦੇ ਹਾਂ। ਸਾਨੂੰ ਕਿਸੇ ਚਿਹਰੇ ਦਾ ਉਚੇਚ ਨਹੀਂ, ਉਸਦੀ ਸੁਭਾਵਿਕਤਾ ਪ੍ਰਭਾਵਿਤ ਕਰਦੀ ਹੈ। ਜਿਸ ਨਾਲ ਸਾਡਾ ਸਵਾਰਥ ਹੋਵੇ, ਉਸ ਚਿਹਰੇ ਨੂੰ ਅਸੀਂ ਉਦੋਂ ਤੱਕ ਯਾਦ ਰੱਖਾਂਗੇ ਜਦੋਂ ਤੱਕ ਸਵਾਰਥ ਪੂਰਾ ਨਹੀਂ ਹੁੰਦਾ। ਇਸ ਦੇ ਨਾਲ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਚਿਹਰਿਆਂ ਦੀ ਵੰਨ-ਸੁਵੰਨਤਾ ਦੇ ਬਾਵਜੂਦ ਵੰਨਗੀਆਂ ਬੜੀਆਂ ਸੀਮਤ ਨੇ। ਪੁਲਿਸ ਮੁਜਰਮ ਨੂੰ ਕਿਵੇਂ ਲੱਭਦੀ ਹੈ? ਪੁਲਿਸ ਤਫਤੀਸ਼ ਕਰਦੀ ਹੈ, ਮੁਜਰਮ ਕਾਲਾ ਸੀ ਕਿ ਗੋਰਾ? ਜੇ ਉੱਤਰ ਗੋਰਾ ਹੈ ਤਾਂ ਸਾਰੇ ਕਾਲੇ ਖਾਰਜ ਹੋ ਗਏ। ਮੁਜਰਮ ਲੰਮਾ ਸੀ ਕਿ ਮਧਰਾ? ਮਧਰਾ ਹੈ ਤਾਂ ਸਾਰੇ ਲੰਮੇ ਖਾਰਜ ਹੋ ਗਏ। ਬੁੱਢਾ ਸੀ ਕਿ ਜਵਾਨ? ਜੇਕਰ ਜਵਾਨ ਤਾਂ ਬੁੱਢੇ ਖਾਰਜ ਹੋ ਗਏ। ਹਿੰਦੂ ਸੀ ਕਿ ਸਿੱਖ? ਜੇ ਹਿੰਦੂ ਤਾਂ ਸਾਰੇ ਸਿੱਖ ਖਾਰਜ ਹੋ ਗਏ। ਮੋਟਾ ਸੀ ਕਿ ਪਤਲਾ? ਜੇਕਰ ਪਤਲਾ ਤਾਂ ਸਾਰੇ ਮੋਟੇ ਖਾਰਜ ਹੋ ਗਏ। ਗਰੀਬ ਸੀ ਜਾਂ ਖਾਂਦੇ ਪੀਂਦੇ ਘਰ ਦਾ? ਪੜ੍ਹਿਆ ਲਿਖਿਆ ਲੱਗਦਾ ਸੀ ਕਿ ਅਨਪੜ੍ਹ ਆਦਿ। ਅਤੇ ਪੁਲਿਸ ਇਸ ਢੰਗ ਨਾਲ ਮੁਜਰਮ ਦੇ ਚਿਹਰੇ ਦੀ ਫਰਜ਼ੀ ਤਸਵੀਰ ਬਣਾ ਸਕਦੀ ਹੈ। ਨਾ ਕੇਵਲ ਚਿਹਰੇ, ਸਗੋਂ ਅਨੇਕਾਂ ਚੀਜ਼ਾਂ ਦੀ ਪਛਾਣ ਵੀ ਅਸੀਂ ਉਪਰੋਕਤ ਆਧਾਰ 'ਤੇ ਕਰਦੇ ਹਾਂ। ਜੇਕਰ ਤੁਹਾਡੀਆਂ ਅੱਖਾਂ ਬੰਨ੍ਹ ਕੇ ਤੁਹਾਨੂੰ ਆਪਣੇ ਸੌਣ ਵਾਲੇ ਕਮਰੇ ਵਿੱਚ ਲੈ ਜਾਈਏ ਤਾਂ ਤੁਸੀਂ ਸੁੰਘ ਕੇ ਅਤੇ ਆਪਣੇ ਕਦਮਾਂ ਰਾਹੀਂ ਦੱਸ ਸਕੋਗੇ ਕਿ ਉਹ ਕਮਰਾ ਤੁਹਾਡਾ ਹੈ ਕਿ ਨਹੀਂ। ਹਰ ਚਿਹਰੇ ਨੂੰ ਯਾਦ ਰੱਖਣ ਲਈ ਅਸੀਂ ਕਿਸੇ ਨਾ ਕਿਸੇ ਜੁਗਤ ਨੂੰ ਵਰਤਦੇ ਹਾਂ। ਜੇ ਤੁਸੀਂ ਅਧਿਆਪਕ ਹੋ ਤਾਂ ਆਪਣੇ ਅਨੁਭਵ ਨਾਲ ਹੀ ਵੇਖ ਕੇ ਦੱਸ ਦਿਓਗੇ ਕਿ ਦੂਜਾ ਵਿਅਕਤੀ ਅਧਿਆਪਕ ਹੈ ਕਿ ਨਹੀਂ, ਕਿਉਂਕਿ ਤੁਹਾਨੂੰ ਪਤਾ ਹੈ ਕਿ ਅਧਿਆਪਕਾਂ ਦੇ ਚਿਹਰੇ ਕਿਹੋ ਜਿਹੇ ਹੁੰਦੇ ਨੇ। ਕੰਮ ਨਾ ਕੇਵਲ ਸਾਡੇ ਚਿਹਰੇ 'ਤੇ ਵਿਸ਼ੇਸ਼ ਪ੍ਰਭਾਵ ਪਾਉਂਦਾ ਹੈ, ਸਗੋਂ ਸਾਡਾ ਸਾਰਾ ਵਰਤਾਰਾ ਹੀ ਬਦਲ ਦਿੰਦਾ ਹੈ। ਭਾਵੇਂ ਸਾਦੇ ਕੱਪੜਿਆਂ ਵਿੱਚ ਹੀ ਕਿਉਂ ਨਾ ਹੋਣ, ਫੌਜੀ ਝੱਟ ਪਛਾਣੇ ਜਾਂਦੇ ਨੇ। ਜੇ ਤੁਹਾਡੇ ਸਾਹਮਣੇ ਕਾਰ, ਬੱਸ ਅਤੇ ਟਰੱਕ ਦੇ ਡਰਾਈਵਰ ਖੜ੍ਹੇ ਕਰ ਦਈਏ ਅਤੇ ਕਹੀਏ ਕਾਰ ਦਾ ਡਰਾਈਵਰ ਕਿਹੜਾ ਹੈ, ਤਾਂ ਤੁਸੀਂ ਸਹਿਜੇ ਹੀ ਪਛਾਣ ਲਵੋਗੇ। ਇਵੇਂ ਹੀ ਕਿਸੇ ਦੀ ਜਾਣ ਪਛਾਣ ਜਾਂ ਕਿਸੇ ਬਾਰੇ ਜਾਣ ਪਛਾਣ ਦਿੰਦਿਆਂ ਅਸੀਂ ਕਹਿੰਦੇ ਹਾਂ ਕਿ ਵੇਖਣ ਨੂੰ ਤਾਂ ਉਹ ਦੁਕਾਨਦਾਰ ਲੱਗਦਾ ਸੀ, ਜਾਂ ਵੱਡਾ ਅਫਸਰ ਲੱਗਦਾ ਸੀ, ਜਾਂ ਫਿਰ ਵਿਦੇਸ਼ ਤੋਂ ਆਇਆ ਪ੍ਰਤੀਤ ਹੁੰਦਾ ਸੀ। ਜਿਤਨੀ ਤੁਹਾਡੀ ਵਧੇਰੇ ਜਾਣ ਪਛਾਣ ਹੋਏਗੀ, ਉਤਨੀਆਂ ਹੀ ਤੁਹਾਡੇ ਕੋਲ ਚਿਹਰਿਆਂ ਦੀਆਂ ਵਧੇਰੇ ਵੰਨਗੀਆਂ ਹੋਣਗੀਆਂ, ਅਤੇ ਇਹ ਵੰਨਗੀਆਂ ਅਨੇਕਾਂ ਹੋਰ ਚਿਹਰਿਆਂ ਨੂੰ ਸਹਿਜੇ ਹੀ ਯਾਦ ਰੱਖਣ ਦੀ ਸੌਖ ਪ੍ਰਦਾਨ ਕਰਦੀਆਂ ਨੇ। ਜਿਹੜਾ ਵਿਅਕਤੀ ਕਹਿੰਦਾ ਮੈਨੂੰ ਚਿਹਰੇ ਯਾਦ ਨਹੀਂ ਰਹਿੰਦੇ, ਸਮਝੋ ਉਹ ਡੂੰਘੇ ਵਿਸ਼ਵਾਸ ਦੇ ਯੋਗ ਨਹੀਂ, ਕਿਉਂਕਿ ਉਹ ਸਵਾਰਥ ਨਾਲ ਭਰਿਆ ਪਿਆ ਅਤੇ ਕੇਵਲ ਆਪਣੇ ਆਪ ਨੂੰ ਹੀ ਪਛਾਣਦਾ ਹੈ।